ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਅਮਿਤ ਗੁੰਦੇਲਾ ਵੀਵੀ ਵੀਜ਼ਾ ਤੋਂ। ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕੈਨੇਡਾ ਟੂਰਿਸਟ ਵੀਜ਼ਾ ਜਾਂ ਫਿਰ ਕੈਨੇਡਾ ਵਿਜ਼ਿਟਰ ਵੀਜ਼ਾ ਤੇ ਗੱਲ ਕਰਾਂਗੇ। ਸੋ ਬਹੁਤ ਸਾਰੇ ਐਪਲੀਕੈਂਟਸ ਜਿਹੜੇ ਕਿ ਕੈਨੇਡਾ ਜਾਣਾ ਚਾਹੁੰਦੇ ਨੇ ਟੂਰਿਸਟ ਵੀਜ਼ਾ ਤੇ ਜਾਂ ਵਿਜ਼ਿਟਰ ਵੀਜ਼ਾ ਤੇ, ਕਿਉਂਕਿ ਕੈਨੇਡਾ ਵਿਜ਼ਿਟਰ ਵੀਜ਼ਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਤੁਸੀਂ ਉੱਥੇ ਜਾ ਕੇ ਉਹਨੂੰ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾ ਸਕਦੇ ਹੋ। ਇਹ ਕੋਈ ਦਬੀ ਛੁਪੀ ਗੱਲ ਨਹੀਂ ਹੈ। ਤੁਹਾਡੇ ਵੀ ਔਰ ਬਹੁਤ ਸਾਰੇ ਰਿਸ਼ਤੇਦਾਰ, ਬਹੁਤ ਸਾਰੇ ਪੜੋਸੀ ਉੱਥੇ ਚਲੇ ਗਏ, ਜਿਹੜੇ ਟੂਰਿਸਟ ਵੀਜ਼ਾ ਤੇ ਚਲੇ ਗਏ ਸੀ ਔਰ ਅੱਜ ਦੀ ਡੇਟ ਦੇ ਵਿੱਚ ਪੱਕੇ ਨੇ, ਉਹਨਾਂ ਦੇ ਕੋਲ ਵਰਕ ਪਰਮਿਟ ਵੀ ਹੈ ਔਰ ਬਹੁਤ ਸਾਰਿਆਂ ਦੇ ਤੇ ਪੀਆਰ ਵੀ ਹੋ ਗਈ। ਕਿਉਂਕਿ ਕੋਵਿਡ ਦੇ ਦਰਮਿਆਨ ਵੀ ਅਸੀਂ ਦੇਖਿਆ ਕਿ ਤਕਰੀਬਨ ਟੂਰਿਸਟ ਵੀਜ਼ਾ ਦੇ ਜਿਨ੍ਹਾਂ ਨੇ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾਇਆ ਸੀਗਾ ਉਹਨਾਂ ਨੂੰ ਸਭ ਨੂੰ ਪੀਆਰ ਤਕਰੀਬਨ ਮਿਲ ਗਈ। ਔਰ ਅੱਜ ਵੀ ਜੇ ਅਸੀਂ ਗੱਲ ਕਰੀਏ ਤਾਂ ਤਕਰੀਬਨ 2 ਸਾਲ ਦੇ ਅੰਦਰ ਅੰਦਰ ਤੁਹਾਨੂੰ ਜਿਹੜਾ ਤੁਹਾਡਾ ਵਰਕ ਪਰਮਿਟ ਹੈ ਉਹ ਪੀਆਰ ਦੇ ਵਿੱਚ ਕਨਵਰਟ ਹੋ ਜਾਂਦਾ। ਸੋ ਕੈਟੇਗਰੀ ਬਹੁਤ ਕੰਪਲੈਕਸ ਹੈਗੀ ਹੈ, ਵੀਜ਼ਾ ਮਿਲਣਾ ਆਸਾਨ ਨਹੀਂ ਹੈ, ਮੁਸ਼ਕਿਲ ਹੈ। ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਿੱਧਾ ਸਿੱਧਾ ਤੁਹਾਡਾ ਪੀਆਰ ਹੋ ਜਾਂਦਾ ਹੈ ਵਿਜ਼ਟਰ ਵੀਜ਼ਾ ਤੋਂ ਬਾਅਦ। ਬਹੁਤ ਸਾਰੇ ਲੋਕ ਘੁੰਮਣ ਲਈ ਵੀ ਜਾਂਦੇ ਨੇ। ਸੋ ਇਸੀ ਵਿਸ਼ੇ ਤੇ ਗੱਲ ਕਰਾਂਗੇ। ਔਰ ਅੱਜ ਗੱਲ ਕਰਨ ਦਾ ਬਹੁਤ ਸਾਰੇ, ਜਿਸ ਤਰ੍ਹਾਂ ਮੈਂ ਦੱਸਿਆ, ਕੰਪਲੈਕਸ ਕੈਟੇਗਰੀ ਹੈ, ਬਟ ਅਸੀਂ 2-3 ਕੈਟੇਗਰੀ ਨੂੰ ਟੱਚ ਕਰਾਂਗੇ ਜਿਹੜੀ ਮੈਂ ਨੋਟ ਡਾਊਨ ਕੀਤੀ ਹੈ, ਜਿਹੜੀ ਕਿ ਬੇਸਿਕ ਰਿਕੁਆਇਰਮੈਂਟਸ ਹੈਗੀ ਹੈ ਤੁਹਾਡੀ ਐਪਲੀਕੇਸ਼ਨ ਲਗਾਉਣ ਦੀ। ਜੇ ਇਹ ਰਿਕੁਆਇਰਮੈਂਟਸ ਹੀ ਆਪਣੀ ਪੂਰੀਆਂ ਨਹੀਂ ਹੁੰਦੀਆਂ ਤਾਂ ਸਮਝੋ ਕਿ ਆਪਣਾ ਵੀਜ਼ਾ ਨਹੀਂ ਮਿਲ ਸਕਦਾ। 3 ਕੈਟੇਗਰੀਆਂ ਜਿਹੜੀ ਮੇਨ ਹੈਗੀ ਹੈ, 3 ਪੁਆਇੰਟਸ ਜਿਹਨੂੰ ਮੈਂ ਕਹਾਂਗਾ। ਪ੍ਰੋਫਾਈਲ ਨੂੰ ਲੈ ਕੇ ਹੈ, ਤੁਹਾਡੇ ਸਪੋਂਸਰਸ਼ਿਪ ਜਾਂ ਹੋਟਲ ਬੁਕਿੰਗ, ਜਾਂ ਫਿਰ ਅਸੀਂ ਕਹੀਏ ਪਰਪਸ ਆਫ ਵਿਜ਼ਿਟ ਨੂੰ ਲੈ ਕੇ ਹੈ, ਔਰ ਤੀਸਰੀ ਜਿਹੜੀ ਮੇਨ ਇੰਪੋਰਟੈਂਟ ਚੀਜ਼ ਉਹ ਹੈਗੀ ਹੈ ਫੰਡ ਰਿਕੁਆਇਰਮੈਂਟ ਤੇ। ਸੋ ਇਹ ਤਿੰਨੋਂ ਟੌਪਿਕਸ ਨੂੰ ਅਸੀਂ ਕਲੀਅਰ ਕਰਾਂਗੇ ਕਿ ਕੀ ਸਾਡੀ ਰਿਕੁਆਇਰਮੈਂਟਸ ਹੈਗੀ ਇਹਦੇ ਵਿੱਚ, ਔਰ ਕਿਸ ਤਰ੍ਹਾਂ ਅਸੀਂ ਆਪਣੀ ਰਿਕੁਆਇਰਮੈਂਟਸ ਪੂਰੀ ਕਰਕੇ ਆਪਣਾ ਕੈਨੇਡਾ ਦਾ ਟੂਰਿਸਟ ਵੀਜ਼ਾ ਜਾਂ ਫਿਰ ਵਿਜ਼ਿਟਰ ਵੀਜ਼ਾ ਹਾਸਿਲ ਕਰ ਸਕਦੇ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੀਏ ਔਰ ਚੈਨਲ ਨੂੰ ਹਾਲ ਤੱਕ ਜੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ, ਕਿਉਂਕਿ ਡੇਲੀ ਕੋਈ ਨਾ ਕੋਈ ਨਵੀਂ ਇਨਫੋਰਮੇਸ਼ਨ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਸੋ ਸਭ ਤੋਂ ਪਹਿਲੀ ਗੱਲ ਪ੍ਰੋਫਾਈਲ ਦੀ। ਸੋ ਪ੍ਰੋਫਾਈਲ ਡਿਫਾਈਨ ਕਰਨਾ ਕੋਈ ਬਹੁਤ ਜ਼ਿਆਦਾ ਮੁਸ਼ਕਿਲ ਕੰਮ ਨਹੀਂ ਹੈ। ਤਕਰੀਬਨ ਜੇ ਪੰਜਾਬ ਦੀ ਗੱਲ ਕਰਾਂ ਤਾਂ ਤਕਰੀਬਨ ਲੋਕ ਇਸ ਕੈਟੇਗਰੀ ਦੇ ਵਿੱਚ ਫਾਲ ਕਰ ਜਾਂਦੇ ਨੇ, ਜਿਹੜੇ ਖੇਤੀ ਵੀ ਕਰ ਰਹੇ ਨੇ ਜਾਂ ਕੋਈ ਪ੍ਰਾਈਵੇਟ ਜੋਬ ਕਰ ਰਹੇ ਨੇ, ਕੋਈ ਗਵਰਨਮੈਂਟ ਜੋਬ ਕਰ ਰਹੇ ਨੇ, ਇਹ ਸਾਰੇ ਇਸ ਕੈਟੇਗਰੀ ਦੇ ਵਿੱਚ ਆ ਜਾਣਗੇ। ਮੇਨ ਚੀਜ਼ ਕੀ ਚਾਹੀਦੀ ਹੈ ਤੁਹਾਨੂੰ? ਆਧਾਰ ਪੈਨ ਕਾਰਡ ਸਭ ਕੋਲ ਹੁੰਦਾ, ਇਹ ਚੀਜ਼ ਚਾਹੀਦੀ ਹੈ। ਲੇਕਿਨ ਤੁਹਾਡਾ ਕੋਈ ਜੋਬ ਜਾਂ ਫਿਰ ਬਿਜ਼ਨਸ ਜਾਂ ਫਿਰ ਖੇਤੀ ਦਾ ਕੋਈ ਪ੍ਰੋਫਾਈਲ ਹੋਣਾ ਚਾਹੀਦਾ, ਤੁਸੀਂ ਕੁਝ ਕਰ ਰਹੇ ਹੋਣੇ ਚਾਹੀਦੇ ਹੋ। ਔਰ ਤਕਰੀਬਨ ਹਰ ਕੋਈ ਕੁਛ ਨਾ ਕੁਛ ਕਰ ਹੀ ਰਿਹਾ ਹੁੰਦਾ, ਬਟ ਵਿਦ ਡਾਕੂਮੈਂਟੇਸ਼ਨ। ਇਹ ਨਹੀਂ ਕਿ ਤੁਸੀਂ ਕਰ ਰਹੇ ਹੋ ਤੁਹਾਡੇ ਕੋਲ ਕੋਈ ਡਾਕੂਮੈਂਟੇਸ਼ਨ ਨਹੀਂ। ਤੁਸੀਂ ਕੋਈ ਜੋਬ ਕਰ ਰਹੇ ਹੋ, ਪ੍ਰਾਈਵੇਟ ਜੋਬ ਕਰ ਰਹੇ ਹੋ, ਬਟ ਉਹਦੇ ਵਿੱਚ ਤੁਹਾਨੂੰ ਕੈਸ਼ ਦੇ ਵਿੱਚ ਸੈਲਰੀ ਮਿਲਦੀ ਹੈ ਔਰ ਇੰਪਲੋਇਰ ਵੀ ਤੁਹਾਡਾ ਐਸਾ ਹੈ ਕਿ ਜੋ ਕਿ ਅਨਆਰਗੇਨਾਈਜ਼ਡ ਹੈ, ਕੁਝ ਲਿਖ ਕੇ ਨਹੀਂ ਦੇ ਸਕਦਾ ਕਿਉਂਕਿ ਉਹਦੇ ਕੋਲ ਆਪਣੇ ਕੋਲ ਪੇਪਰ ਪੂਰੇ ਨਹੀਂ ਹੈਗੇ। ਖੇਤੀ ਕਰ ਰਹੇ ਹੋ, ਜੇ ਫਾਰਮ ਹੈ ਨਹੀਂ ਹੈਗੇ ਤਾਂ ਮੈਚ ਨਹੀਂ ਕਰਦੇ। ਔਰ ਜੇ ਅਸੀਂ ਗੱਲ ਕਰੀਏ ਗਵਰਨਮੈਂਟ ਜੋਬ ਦੀ, ਗਵਰਨਮੈਂਟ ਜੋਬ ਤੁਸੀਂ ਕਰ ਰਹੇ ਹੋ ਬਟ ਐਨਓਸੀ ਤੁਸੀਂ ਹਾਸਿਲ ਨਹੀਂ ਕਰ ਸਕਦੇ, ਤੁਸੀਂ ਦੱਸ ਨਹੀਂ ਸਕਦੇ ਕਿ ਮੈਂ ਛੁੱਟੀਆਂ ਤੇ ਉੱਥੇ ਜਾਣਾ ਹੈ। ਸੋ ਇਹ ਸਾਰੀ ਚੀਜ਼ਾਂ ਦੇ ਤੁਸੀਂ ਫੁੱਲਫਿਲ ਕਰ ਸਕਦੇ ਹੋ। ਯਾਨੀ ਕਿ ਕਹਿਣ ਦਾ ਭਾਵ ਇਹ ਕਿ ਅਗਰ ਤੁਸੀਂ ਆਪਣੀ ਪ੍ਰੋਫਾਈਲ ਨੂੰ ਜਸਟੀਫਾਈ ਕਰ ਸਕਦੇ ਹੋ, ਤੁਸੀਂ ਚਾਹੇ ਤੁਹਾਡੀ ਜੋਬ 15,000 ਦੀ, 20,000 ਦੀ, 25,000 ਦੀ, ਉਸ ਚੀਜ਼ ਦਾ ਹੱਲ ਹੈਗਾ, ਬਟ ਐਟਲੀਸਟ ਤੁਸੀਂ ਐਮਬੈਸੀ ਨੂੰ ਇਹ ਚੀਜ਼ ਪ੍ਰੂਵ ਕਰਨੀ ਕਿ ਮੈਂ ਕੋਈ ਨਾ ਕੋਈ ਇੱਥੇ ਜੋਬ ਜਾਂ ਬਿਜ਼ਨਸ, ਡੈਰੀ ਫਾਰਮਿੰਗ ਦਾ ਕੰਮ ਜਾਂ ਫਿਰ ਫਾਰਮਿੰਗ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਐਸਾ ਕੰਮ ਕਰ ਰਿਹਾ ਜਿਹੜਾ ਕਿ ਮੈਂ ਪ੍ਰੂਵ ਕਰ ਸਕਦਾ ਕਿ ਮੈਂ ਕਰ ਰਿਹਾ। ਕਰਕਸ ਇਹ ਹੈ, ਜੋ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਮੈਂ ਇਹ ਕੰਮ ਕਰ ਰਿਹਾ, ਉਸ ਚੀਜ਼ ਦਾ ਤੁਹਾਡੇ ਕੋਲ ਪ੍ਰੋਪਰ ਪ੍ਰੂਫ ਹੈਗਾ ਐਮਬੈਸੀ ਨੂੰ ਦੇਣ ਲਈ। ਸੋ ਜੇ ਇਹ ਚੀਜ਼ ਤੁਸੀਂ ਕਰ ਲੈਂਦੇ ਹੋ ਤਾਂ ਤੁਸੀਂ ਐਲੀਜੀਬਲ ਹੈਗੇ ਹੋ, ਤੁਹਾਡੀ ਪ੍ਰੋਫਾਈਲ ਐਲੀਜੀਬਲ ਹੈਗੀ ਹੈ ਕੈਨੇਡਾ ਟੂਰਿਸਟ ਵੀਜ਼ਾ ਲਈ। ਸੋ ਪ੍ਰੋਫਾਈਲ ਨੂੰ ਲੈ ਕੇ ਉਮੀਦ ਹੈ ਕਲੀਅਰਿਟੀ ਆ ਗਈ ਹੋਏਗੀ। ਹੁਣ ਦੂਸਰੀ ਜਿਹੜੀ ਚੀਜ਼ ਆਉਂਦੀ ਹੈ ਸਪੋਂਸਰਸ਼ਿਪ ਜਾਂ ਫਿਰ ਹੋਟਲ ਬੁਕਿੰਗ ਨੂੰ ਲੈ ਕੇ। ਸਪੋਂਸਰਸ਼ਿਪ ਤੇ ਜਾਇਆ ਜਾਏ ਫਿਰ ਹੋਟਲ ਬੁਕਿੰਗ ਤੇ ਲੈ ਕੇ, ਜਾਂ ਫਿਰ ਜਿਹਨੂੰ ਅਸੀਂ ਕਹਿ ਦਈਏ ਕਿ ਪਰਪਸ ਆਫ ਵਿਜ਼ਿਟ। ਪਰਪਸ ਆਫ ਵਿਜ਼ਿਟ ਦੇਖੋ, ਹਮੇਸ਼ਾ ਵੀਡੀਓ ਦੇ ਵਿੱਚ ਕਹਿਣਾ ਕਿ ਅਗਰ ਸਪੋਂਸਰਸ਼ਿਪ ਹੈਗੀ ਹੈ ਤਾਂ ਚਾਂਸਿਸ ਹਮੇਸ਼ਾ ਬੈਟਰ ਰਹਿਣਗੇ। ਅਗਰ ਹੋਟਲ ਬੁਕਿੰਗ ਤੇ ਜਾਂਦੇ ਹੋ, ਤੁਹਾਡੇ ਕੋਲ ਕੋਈ ਪੁਰਾਣੀ ਪ੍ਰੀਵੀਅਸ ਟਰੈਵਲ ਹਿਸਟਰੀ ਹੈਗੀ ਹੈ ਜਾਂ ਫਿਰ ਉੱਥੇ ਜਾਣ ਦਾ ਕੋਈ ਰੀਜ਼ਨ ਹੀ ਤੁਹਾਡਾ ਐਸਾ ਹੈਗਾ, ਕਿਸੇ ਖਾਸ ਮੌਕੇ ਨੂੰ ਤੁਸੀਂ ਅਟੈਂਡ ਕਰਨ ਜਾ ਰਹੇ ਹੋ, ਕਿਸੇ ਖਾਸ ਈਵੈਂਟ ਨੂੰ ਅਟੈਂਡ ਕਰਨ ਜਾ ਰਹੇ ਹੋ, ਕਿਉਂਕਿ ਉਹ ਕੈਨੇਡਾ ਦੇ ਵਿੱਚ ਹੋ ਰਿਹਾ, ਉਹਦੇ ਵਿੱਚ ਟਰੈਵਲ ਹਿਸਟਰੀ ਦਾ ਕੋਈ ਮਤਲਬ ਨਹੀਂ ਹੈ। ਉਹ ਉੱਥੇ ਤੁਸੀਂ ਇਨਵਾਈਟਿਡ ਹੈਗੇ ਹੋ ਤਾਂ ਡੈਫੀਨੇਟਲੀ ਉਹ ਤੁਹਾਡਾ ਪਰਪਸ ਆਫ ਵਿਜ਼ਿਟ ਵਧੀਆ ਬਣਦਾ। ਉਹਦੇ ਵਿੱਚ ਸਪੋਂਸਰਸ਼ਿਪ ਨਹੀਂ ਵੀ ਹੈਗੀ ਤਾਂ ਵੀ ਬਹੁਤ ਅੱਛੇ ਚਾਂਸ ਹੋਣਗੇ। ਇੱਕ ਤਰ੍ਹਾਂ ਦਾ ਇਨਵੀਟੇਸ਼ਨ ਅਗਰ ਤੁਹਾਡੇ ਕੋਲ ਉੱਥੋਂ ਕੈਨੇਡਾ ਤੋਂ ਉਸ ਇੰਸਟੀਚਿਊਟ ਦਾ ਹੈਗਾ ਜਿੱਥੋਂ ਈਵੈਂਟ ਹੋ ਰਿਹਾ ਤੁਹਾਨੂੰ ਮਿਲ ਜਾਂਦਾ, ਤਾਂ ਤੁਹਾਡੀ ਤਕਰੀਬਨ ਸਪੋਂਸਰਸ਼ਿਪ ਦੇ ਨਾਲ ਜਿੰਨੇ ਕੁ ਚਾਂਸ ਬਣਦੇ ਨੇ ਤੁਹਾਡੇ ਉਨੇ ਹੀ ਚਾਂਸ ਬਣ ਜਾਣਗੇ। ਲੇਕਿਨ ਅਗਰ ਤੁਸੀਂ ਸਪੋਂਸਰਸ਼ਿਪ ਮੰਗਵਾ ਰਹੇ ਹੋ, ਕਿਉਂਕਿ ਮੈਂ ਦੇਖਿਆ ਬਹੁਤ ਸਾਰੇ ਲੋਕ ਸਪੋਂਸਰਸ਼ਿਪ ਮੰਗਾਉਂਦੇ ਔਰ ਇਹ ਗੱਲ ਵੀ ਕਹਿੰਦੇ ਕਿ ਮੈਂ ਸਪੋਂਸਰਸ਼ਿਪ ਮੰਗਾਈ ਸੀ ਬਟ ਮੇਰਾ ਤਾਂ ਵੀਜ਼ਾ ਫਿਰ ਵੀ ਰਿਜੈਕਟ ਹੋ ਗਿਆ। ਦੇਖੋ, ਸਪੋਂਸਰਸ਼ਿਪ ਮੰਗਵਾਉਣਾ ਕਿਸੇ ਗੱਲ ਦੀ ਗਰੰਟੀ ਨਹੀਂ ਹੈ, ਨਾ ਹੀ ਇਨਵੀਟੇਸ਼ਨ ਮੰਗਵਾਉਣਾ ਇਹ ਗਰੰਟੀ ਕਿ ਤੁਹਾਨੂੰ ਵੀਜ਼ਾ ਮਿਲ ਹੀ ਜਾਏਗਾ। ਵੀਜ਼ਾ ਐਮਬੈਸੀ ਨੇ ਦੇਣਾ, ਬਟ ਵੀਜ਼ਾਸ ਹੋ ਕੇ ਆਉਂਦੇ ਨੇ, ਇਹ ਸਭ ਨੂੰ ਪਤਾ ਹੈ, ਕੋਈ ਦਬੀ ਛੁਪੀ ਗੱਲ ਨਹੀਂ। ਕੈਨੇਡਾ ਅੱਛੇ ਖਾਸੇ ਵੀਜ਼ਾ ਦਿੰਦਾ ਜਿੱਥੇ ਉਹਨਾਂ ਨੂੰ ਲੱਗਦਾ ਕਿ ਪ੍ਰੋਫਾਈਲ ਜੈਨੂਨ ਹੈਗੀ ਹੈ, ਜੈਨੂਨ ਤਰੀਕੇ ਤੇ ਤੁਹਾਨੂੰ ਉੱਥੋਂ ਇਨਵੀਟੇਸ਼ਨ ਆਈ ਸੀ
ਜੈਨੂਅਨ ਤਰੀਕੇ ਤੋਂ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਨੂੰ ਇਨਵਾਈਟ ਕੀਤਾ ਸੀਗਾ, ਤਾਂ ਬਹੁਤ ਮੁਮਕਿਨ ਹੈ ਹੋਰ ਸਪੋਰਟਿੰਗ ਡਾਕੂਮੈਂਟਸ ਦੇ ਨਾਲ, ਜਿਹਦੀ ਅਸੀਂ ਅੱਗੇ ਗੱਲ ਕਰਾਂਗੇ ਫਾਈਨੈਂਸ਼ੀਅਲ ਤੇ ਵੀ ਔਰ ਪ੍ਰੋਫਾਈਲ ਤੇ, ਜਿਸ ਤਰ੍ਹਾਂ ਮੈਂ ਗੱਲ ਕੀਤੀ, ਉਹ ਸਾਰੀ ਚੀਜ਼ਾਂ ਜੇ ਕੰਬਾਈਨ ਤੁਹਾਡੀ ਸਹੀ ਹੋ ਜਾਂਦੀਆਂ ਤਾਂ ਵੀਜ਼ਾ ਗ੍ਰਾਂਟ ਹੁੰਦਾ, ਬਹੁਤ ਅੱਛੇ ਪੱਧਰ ਤੇ ਗ੍ਰਾਂਟ ਹੁੰਦਾ ਵੀਜ਼ਾ। ਹੁਣ ਸਪਾਂਸਰਸ਼ਿਪ ਦੀ ਜਿਸ ਤਰ੍ਹਾਂ ਮੈਂ ਗੱਲ ਕੀਤੀ, ਲੋਕ ਕਹਿੰਦੇ ਕਿ ਸਪਾਂਸਰਸ਼ਿਪ ਤੇ ਵੀ ਮੇਰਾ ਰਿਫਿਊਜ਼ ਹੋ ਗਿਆ, ਮੇਰੀ ਪ੍ਰੋਫਾਈਲ ਵੀ ਅੱਛੀ ਸੀਗੀ, ਬੈਂਕ ਦੇ ਵਿੱਚ ਬੈਲੈਂਸ ਵੀ ਅੱਛਾ ਸੀਗਾ, ਫਿਰ ਕਿਉਂ ਰਿਫਿਊਜ਼ ਹੋ ਗਿਆ। ਦੇਖੋ, ਕੈਨੇਡਾ ਦੇ ਐਮਬੈਸੀ ਨੂੰ ਅਸੀਂ ਬਾਉਂਡ ਨਹੀਂ ਕਰ ਸਕਦੇ। ਹਾਂ, ਤੁਸੀਂ ਅਪੀਲਸ ਵਗੈਰਾ ਜ਼ਰੂਰ ਪਾ ਸਕਦੇ ਹੋ, ਬਟ ਬਾਉਂਡ ਨਹੀਂ ਕਰ ਸਕਦੇ ਆਪਾਂ, ਕਿਸੇ ਨੂੰ ਵੀ ਰਿਜੈਕਸ਼ਨ ਦੇ ਸਕਦੇ ਨੇ। ਜਿਸ ਤਰ੍ਹਾਂ ਅੱਜ ਦੇ ਦਿਹਾੜੇ ਅਗਰ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੀ ਐਪਲੀਕੇਸ਼ਨਾਂ ਪੈਂਡਿੰਗ ਹੈ, ਤਾਂ ਕਈ ਅੱਛੀ ਪ੍ਰੋਫਾਈਲ ਵੀ ਰਿਜੈਕਟ ਹੋ ਜਾਂਦੀ ਨੇ, ਉਹ ਇੱਕ ਸੈਪਰੇਟ ਇਸ਼ੂ ਹੈ। ਬਟ ਤੁਸੀਂ ਸਪਾਂਸਰਸ਼ਿਪ ਮੰਗਾ ਰਹੇ ਕਿ ਤੁਸੀਂ ਇਹ ਗੌਰ ਕੀਤਾ ਕਿ ਸਪਾਂਸਰਸ਼ਿਪ ਪੂਰੀ, ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿ ਸਪਾਂਸਰਸ਼ਿਪ ਤੇ ਤੁਸੀਂ ਲਗਾਇਆ, ਸਾਡੇ ਨਾਲ ਸਪਾਂਸਰਸ਼ਿਪ ਸ਼ੇਅਰ ਕਰ ਦਿਓ, ਤਾਂ ਉਹ ਇੱਕ ਇਨਵੀਟੇਸ਼ਨ ਲੈਟਰ ਸ਼ੇਅਰ ਕਰ ਦਿੰਦੇ ਨੇ, ਕਿਉਂਕਿ ਉੱਥੇ ਵੀ ਲੋਕਾਂ ਦੀ ਇਹੀ ਮੈਂਟੈਲਿਟੀ ਹੈ ਕੈਨੇਡਾ ਦੇ ਵਿੱਚ ਵੀ ਕਿ ਇੱਕ ਫਾਰਮੈਲਿਟੀ ਪੂਰੀ ਕਰਦੇ। ਕਿਸੇ ਨੇ ਸਪਾਂਸਰਸ਼ਿਪ ਮੰਗੀ ਤਾਂ ਉਸਨੂੰ ਕਾਗਜ਼ ਦਾ ਟੁਕੜਾ ਭੇਜਦਾ, ਯਾਨੀ ਕਿ ਇੱਕ ਇਨਵੀਟੇਸ਼ਨ ਲੈਟਰ ਭੇਜਦੀ, ਉਹਦੇ ਨਾਲ ਗੱਲ ਨਹੀਂ ਬਣਨ ਵਾਲੀ। ਉਹ ਸਿਰਫ ਇੱਕ ਕਾਗਜ਼ ਦਾ ਟੁਕੜਾ, ਜਿਸ ਤਰ੍ਹਾਂ ਮੈਂ ਕਿਹਾ, ਉਹਦੀ ਐਮਬੈਸੀ ਦੇ ਵਿੱਚ ਕੋਈ ਵੈਲਿਊ ਨਹੀਂ ਜੇ ਉਹਦੇ ਨਾਲ ਕੋਈ ਸਪੋਰਟਿੰਗ ਡਾਕੂਮੈਂਟਸ ਨਹੀਂ ਹੈਗੇ। ਸਪੋਰਟਿੰਗ ਡਾਕੂਮੈਂਟਸ ਕੀ ਹੈਗੇ ਉਹ ਸੁਣ ਲਓ। ਪਹਿਲੀ ਗੱਲ ਤਾਂ ਜਿਹੜੀ ਸਪਾਂਸਰ ਤੁਹਾਨੂੰ ਆਣੀ ਹੈ, ਅਗਰ ਉਹ ਕਪਲ ਹੈ ਤਾਂ ਦੋਨਾਂ ਦਾ ਨਾਮ ਸਪਾਂਸਰ ਦੇ ਵਿੱਚ ਹੋਣਾ ਚਾਹੀਦਾ, ਦੋਨੋਂ ਬੰਦੇ ਤੁਹਾਨੂੰ ਸਪਾਂਸਰ ਕਰਨੇ ਚਾਹੀਦੇ। ਇਹ ਅੱਜ ਦਾ ਕ੍ਰਾਈਟੇਰੀਆ ਹੈ, ਉਹਦੇ ਨਾਲ ਤੁਹਾਡੀ ਸਪਾਂਸਰਸ਼ਿਪ ਸੋਲਿਡ ਬਣਦੀ ਹੈ। ਟੈਕਸ ਦੇ ਡਾਕੂਮੈਂਟਸ ਡਾਊਨਲੋਡਡ ਹੋਣੇ ਚਾਹੀਦੇ ਨੇ, ਉਹਨਾਂ ਦੀ ਬੈਂਕ ਸਟੇਟਮੈਂਟਸ, ਜੇ ਰੈਂਟ ਤੇ ਰਹਿ ਰਹੇ ਨੇ ਤਾਂ ਰੈਂਟ ਡੀਡ, ਜੇ ਆਪਣਾ ਮਕਾਨ ਹੈ ਤਾਂ ਪ੍ਰਾਪਰਟੀ ਦੇ ਪੇਪਰ। ਇਹ 3-4 ਪੇਪਰ ਜੇ ਤੁਹਾਡਾ ਰਿਸ਼ਤੇਦਾਰ ਤੁਹਾਨੂੰ ਅਰੇਂਜ ਕਰਕੇ ਦਿੰਦਾ, ਕਿਉਂਕਿ ਅਰੇਂਜ ਉਹੀ ਕਰਕੇ ਦੇਗਾ ਜੋ ਤੁਹਾਨੂੰ ਬੁਲਾਉਣਾ ਚਾਹੁੰਦਾ। ਜੇ ਉਹ ਤੁਹਾਨੂੰ ਬੁਲਾਉਣਾ ਨਹੀਂ ਚਾਹੁੰਦਾ, ਉਹ ਸਿਰਫ ਇੱਕ ਖਾਲੀ ਕਾਗਜ਼ ਦੇਗਾ ਤੁਹਾਨੂੰ ਅਟੋਰਨੀ ਤੋਂ, ਉਹਦੇ ਨਾਲ ਕੰਮ ਨਹੀਂ ਬਣਨ ਵਾਲਾ। ਇਹ ਸਾਰੀ ਚੀਜ਼ਾਂ ਹੈਗੀਆਂ 4-5 ਜਿਹੜੇ ਮੈਂ ਡਾਕੂਮੈਂਟ ਦੱਸੇ, ਕਿਉਂਕਿ ਇਹ ਉਹੀ ਦੇਗਾ ਕੋਈ ਜੈਨੂਅਨ ਹੈਗਾ, ਜਿਹੜਾ ਤੁਹਾਡੀ ਗਰੰਟੀ ਲੈਣ ਨੂੰ ਤਿਆਰ ਹੈ। ਤਾਂ ਉਹ ਆ ਜਾਂਦੀ ਹੈ ਤਾਂ ਉਹ ਫਿਰ ਚਾਂਸ ਬਹੁਤ ਅੱਛਾ ਬਣ ਜਾਂਦਾ ਹੈ, ਪ੍ਰੋਵਾਈਡਡ ਕਿ ਤੁਹਾਡੀ ਪ੍ਰੋਫਾਈਲ ਵੀ ਅੱਛੀ ਹੈ, ਬੈਂਕ ਬੈਲੈਂਸ ਵੀ ਅੱਛਾ ਹੈ। ਹੋਟਲ ਬੁਕਿੰਗ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਹੋਟਲ ਬੁਕਿੰਗ ਕਿਸ ਕੇਸ ਦੇ ਵਿੱਚ ਕਾਰਗਰ ਹੈਗੀ। ਸਿਰਫ ਘੁੰਮਣ ਲਈ ਤੁਸੀਂ ਜਾ ਰਹੇ ਹੋ, ਪਹਿਲੀ ਵਾਰ ਜਾ ਰਹੇ ਹੋ, ਪਹਿਲੇ ਕਿਤੇ ਘੁੰਮੇ ਨਹੀਂ, ਟਰੈਵਲ ਹਿਸਟਰੀ ਹੈ ਨਹੀਂ, ਉਹ ਚੀਜ਼ ਔਖੀ ਹੋ ਜਾਏਗੀ, ਉਸ 'ਤੇ ਵੀਜ਼ਾ ਮਿਲਣਾ ਬਹੁਤ ਔਖਾ ਹੈ। ਅਨਲੈਸ ਐਂਡ ਅਨਟਿਲ ਤੁਹਾਡੀ ਪ੍ਰੋਫਾਈਲ ਹੀ ਇੰਨੀ ਜ਼ਬਰਦਸਤ ਹੈਗੀ ਹੈ, ਤੁਹਾਡਾ ਬਿਜ਼ਨਸ ਹੀ ਇੰਨਾ ਜ਼ਬਰਦਸਤ ਹੈ ਕਿ ਪਹਿਲੇ ਤੁਹਾਨੂੰ ਟਾਈਮ ਨਹੀਂ ਮਿਲਿਆ ਐਮਬੈਸੀ ਨੂੰ, ਕਿਉਂਕਿ ਐਮਬੈਸੀ ਨੇ ਹਰ ਚੀਜ਼ ਦੇਖਣੀ ਹੈ। ਜੇ ਉਹਨਾਂ ਨੂੰ ਤੁਹਾਡੇ ਬਿਜ਼ਨਸ ਦੀ ਪ੍ਰੋਫਾਈਲ 'ਤੇ ਵਿਸ਼ਵਾਸ ਹੈਗਾ, ਤੁਹਾਡੀ ਪ੍ਰੋਫਾਈਲ ਅੱਛੀ ਹੈਗੀ ਹੈ, ਉਹਨਾਂ ਨੂੰ ਲੱਗਦਾ ਕਿ ਬੰਦਾ ਕਾਫੀ ਕੈਪੇਬਲ ਹੈ ਔਰ ਇੰਡੀਆ ਦੇ ਵਿੱਚ ਵੈਲ ਸੈਟਲ ਹੈਗਾ, ਤਾਂ ਮਿਲਦਾ ਵੀਜ਼ਾ। ਬਟ ਜੇ ਪ੍ਰੋਫਾਈਲ ਉਨੀ ਸਟਰੋਂਗ ਨਹੀਂ ਹੈਗੀ, ਜੌਬ ਦੀ ਪ੍ਰੋਫਾਈਲ ਹੈ ਜਾਂ ਫਿਰ ਅਸੀਂ ਗੱਲ ਕਰਦੇ ਸੀ ਖੇਤੀ ਦੀ ਪ੍ਰੋਫਾਈਲ ਹੈ, ਡੈਰੀ ਫਾਰਮਿੰਗ ਦੀ ਪ੍ਰੋਫਾਈਲ ਹੈ, ਉਹਦੇ ਲਈ ਔਖਾ ਹੋ ਜਾਏਗਾ ਸਿਰਫ ਔਰ ਸਿਰਫ ਹੋਟਲ ਬੁਕਿੰਗ 'ਤੇ ਵੀਜ਼ਾ ਮਿਲਣਾ। ਹਾਂ, ਜਿਸ ਤਰ੍ਹਾਂ ਮੈਂ ਦੱਸਿਆ ਕੋਈ ਈਵੈਂਟ ਹੈਗਾ, ਉੱਥੋਂ ਅਗਰ ਇਨਵੀਟੇਸ਼ਨ ਆਉਂਦੀ ਹੈ ਤਾਂ ਚਾਂਸਿਸ ਜ਼ਰੂਰ ਬਣ ਜਾਂਦੇ ਨੇ ਤੁਹਾਡੇ ਵੀਜ਼ਾ ਲਈ। ਹੁਣ ਤੀਸਰੀ ਗੱਲ ਕਰਦੇ ਹਾਂ ਫੰਡਸ ਦੀ, ਕਿ ਫੰਡਸ ਕਿੰਨੇ ਕੁ ਰਿਕੁਆਇਰਮੈਂਟ ਹੁੰਦੇ। ਦੇਖੋ, ਕੋਈ ਸਪੈਸੀਫਿਕ ਨਹੀਂ ਹੈ, ਜਿਸ ਤਰ੍ਹਾਂ ਸਟੱਡੀ ਵੀਜ਼ਾ ਦੇ ਵਿੱਚ ਆਪਣਾ ਇੱਕ ਸਪੈਸੀਫਿਕ ਹੈ, GIC ਦਾ ਇੰਨਾ ਅਮਾਊਂਟ ਹੈ ਜਾਂ ਫਿਰ ਫੀਸ ਇੰਨੀ ਹੈਗੀ, ਇੰਨੇ ਫੰਡਸ ਹੋਣੇ ਚਾਹੀਦੇ ਹੈ, ਉਹਦੇ ਵਿੱਚ ਸਭ ਚੀਜ਼ਾਂ ਕਲੀਅਰ ਕੱਟ ਹੈ। ਬਟ ਟੂਰਿਸਟ ਵੀਜ਼ਾ ਦੇ ਵਿੱਚ ਕੁਝ ਵੀ ਕਲੀਅਰ ਕੱਟ ਨਹੀਂ ਹੈ, ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਆਪਣੀ ਪ੍ਰੋਫਾਈਲ ਕਿੰਨੀ ਸਟਰੋਂਗ ਦਿਖਾ ਸਕਦੇ ਹੋ। ਇੱਕ ਜਿਹੜਾ ਟ੍ਰੈਂਡ ਚੱਲਦਾ ਆ ਰਿਹਾ ਉਹਦੇ ਬੇਸ ਤੇ ਤੁਹਾਨੂੰ ਮੈਂ ਦੱਸ ਦਿੰਦਾ ਕਿ ਅਗਰ ਸਿੰਗਲ ਤੁਸੀਂ ਜਾ ਰਹੇ ਹੋ ਤਾਂ ਤੁਹਾਡੇ ਕੋਲ 7 ਤੋਂ 8 ਲੱਖ ਦੇ ਫੰਡ ਹੋਣੇ ਚਾਹੀਦੇ ਹੈ, ਔਰ ਅਗਰ ਤੁਸੀਂ ਐਜ਼ ਏ ਕਪਲ ਜਾ ਰਹੇ ਹੋ ਜਾਂ ਫਿਰ ਬੱਚੇ ਨਾਲ ਜਾ ਰਹੇ ਹੋ ਤਾਂ ਤੁਹਾਡੇ ਕੋਲ 10 ਤੋਂ ਲੈ ਕੇ 15 ਲੱਖ ਦੇ ਫੰਡ ਹੋਣੇ ਚਾਹੀਦੇ ਨੇ। ਜੇ ਤੁਸੀਂ 15 ਲੱਖ ਦੇ ਫੰਡ ਸ਼ੋਅ ਕਰ ਦਿੰਦੇ ਹੋ ਤਾਂ ਬਹੁਤ ਅੱਛੇ ਚਾਂਸ ਬਣ ਜਾਂਦੇ ਨੇ। ਕੈਨੇਡਾ ਦੇ ਵਿੱਚ ਸਭ ਤੋਂ ਅੱਛੀ ਗੱਲ ਇਹ ਹੈਗੀ ਹੈ ਫੰਡ ਸ਼ੋਅ ਕਰਨ ਦੀ, ਕਿ ਉਹ ਬਹੁਤ ਜ਼ਿਆਦਾ ਪੁਰਾਣਾ ਚੀਜ਼ਾਂ ਨਹੀਂ ਦੇਖਦੇ। 2 ਜਾਂ 3 ਮਹੀਨੇ ਦੀ ਤੁਹਾਡੀ ਸਟੇਟਮੈਂਟ ਦੇਖਣੀ ਹੈ, ਤਾਂ 2 ਜਾਂ 3 ਮਹੀਨੇ ਦੀ ਪਲੈਨਿੰਗ ਕਰਨਾ ਮੇਰੇ ਹਿਸਾਬ ਨਾਲ ਕੋਈ ਔਖਾ ਨਹੀਂ ਹੈ। ਜੇ ਅੱਜ ਵੀ ਸ਼ੁਰੂ ਕਰੋ ਤੁਸੀਂ ਸਤੰਬਰ ਦੇ ਮਹੀਨੇ 'ਚ, ਤਾਂ ਦਸੰਬਰ ਦੇ ਵਿੱਚ ਤੁਸੀਂ ਆਪਣੀ ਫਾਈਲ ਲਗਾ ਸਕਦੇ ਹੋ ਔਰ 2 ਮਹੀਨੇ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜਾਏਗਾ। ਤਾਂ ਇਹ ਨਹੀਂ ਕਿ ਫਟਾਫਟ ਰਸ਼ ਕਰਕੇ ਆਪਣਾ ਅੱਜ ਹੀ ਦੇਖਿਆ ਕਿ ਮੇਰੀ ਚੀਜ਼ਾਂ ਪੂਰੀਆਂ ਹੋ ਰਹੀਆਂ ਨੇ, ਮੇਰੇ ਕੋਲ 10 ਲੱਖ ਮੈਂ ਪਾ ਦਿੰਦਾ ਬੈਂਕ ਦੇ ਵਿੱਚ, ਵੀਜ਼ਾ ਆ ਜਾਏਗਾ। ਨਹੀਂ, ਉਹਦੇ ਲਈ ਪੂਰਾ ਪਲਾਨ ਕਰਨਾ ਪਏਗਾ। ਔਰ ਜੇ ਤੁਸੀਂ ਜਿਸ ਤਰ੍ਹਾਂ ਤੁਸੀਂ ਜੋਬ ਕਰ ਰਹੇ ਸੀਗੇ, ਉਹਦਾ ਕਿੰਨਾ ਕੁ ਫੰਡ ਤੁਹਾਡੇ ਬੈਂਕ ਦੇ ਵਿੱਚ ਆ ਰਿਹਾ ਹੈ, ਇਹ ਸਾਰੀ ਚੀਜ਼ਾਂ, ਯਾਨੀ ਕਿ ਮੈਂ ਜਿਸ ਤਰ੍ਹਾਂ ਦੱਸਿਆ ਸੀ ਕਿ ਬਹੁਤ ਸਾਰੇ ਟੈਕਨੀਕਲ ਪੁਆਇੰਟਸ ਵੀ ਨੇ ਜਿਹੜੇ ਤੁਹਾਨੂੰ ਕਵਰ ਕਰਨੇ ਪੈਣਗੇ। ਬਟ 3 ਪੁਆਇੰਟ ਮੈਂ ਤੁਹਾਡੇ ਨਾਲ ਬੇਸਿਕ ਡਿਸਕਸ ਕਰਤੇ। ਇਹ 3 ਚੀਜ਼ਾਂ ਦੇ ਤੁਹਾਡੇ ਕੋਲ ਨਹੀਂ ਹੈ ਤਾਂ ਆਪਣੀ ਫਾਈਲ ਨਾਲ ਲਗਾਉਣਾ, ਕਿਉਂਕਿ ਉਸ ਤੋਂ ਇਹਨਾਂ 3 ਚੀਜ਼ਾਂ ਤੋਂ ਬਗੈਰ ਤੁਹਾਡੀ ਰਿਜੈਕਸ਼ਨ ਆਉਣ ਦੇ 100% ਚਾਂਸਿਸ ਨੇ ਅੱਜ ਦੀ ਡੇਟ ਦੇ ਵਿੱਚ, ਕਿ ਹਮੇਸ਼ਾ ਹੀ ਤੁਹਾਡੇ ਚਾਂਸਿਸ ਰਹਿਣਗੇ, ਕਿਉਂਕਿ ਇਹ 3 ਬੇਸਿਕ ਆਧਾਰ ਨੇ ਕੈਨੇਡਾ ਦਾ ਟੂਰਿਸਟ ਵੀਜ਼ਾ ਜਾਂ ਫਿਰ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਪਾਉਣ ਲਈ। ਉਮੀਦ ਕਰਦਾ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਏਗੀ। ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਣਾ, ਕਿਉਂਕਿ ਅੱਜ ਪੰਜਾਬ ਦੇ ਵਿੱਚ ਹਰ ਵਿਅਕਤੀ ਚਾਹੁੰਦਾ ਹੈ ਕਿ ਇੱਕ ਵਾਰ ਕੈਨੇਡਾ ਘੁੰਮ ਕੇ ਆਈਏ। ਸੋ ਹੋ ਸਕਦਾ ਜੇ ਤੁਹਾਡੇ ਇਨਫੋਰਮੇਸ਼ਨ ਕੰਮ ਦੀ ਨਹੀਂ ਤਾਂ ਉਹਨਾਂ ਦੇ ਕੰਮ ਦੀ ਹੋ ਸਕਦੀ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨੇ, ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ। ਤਦ ਤੱਕ ਲਈ ਧੰਨਵਾਦ।